गुड मॉर्निंग स्टूडेंट्स। ਤੁਹਾਡਾ ਸਬਜੈਕਟ ਨੇਮ ਹੈ ਵੈਬ ਡਿਜ਼ਾਈਨਿੰਗ। ਸੋ ਇਹਦੇ ਵਿੱਚ ਅਸੀਂ 3 ਲੈਂਗੁਏजेस ਸਿੱਖਾਂਗੇ ਲਾਈਕ HTML, DHTML ਐਂਡ ਜਾਵਾਸਕ੍ਰਿਪਟ। ਸੋ ਤੁਹਾਡੀ ਫਸਟ ਯੂਨਿਟ ਜਿਹੜੀ ਹੈਗੀ ਉਹਦਾ ਫਸਟ ਕੁਐਸਚਨ ਇੰਟਰਨੈਟ ਬੇਸਡ ਹੈ। ਅਸੀਂ ਫਸਟ ਕੁਐਸਚਨ ਕਰਾਂਗੇ ਅੱਜ। ਦੇਖੋ, ਐਕਸਪਲੇਨ ਇੰਟਰਨੈਟ, ਇੰਟਰਨੈਟ ਡੋਮੇਨ, ਇੰਟਰਨੈਟ ਸਰਵਰ ਐਂਡ ਕਲਾਇੰਟ IP ਐਡਰੈਸ। ਸੋ ਅਸੀਂ ਫਸਟਲੀ ਇੰਟਰਨੈਟ ਬਾਰੇ ਦੇਖਾਂਗੇ ਅੱਜ। The internet is a vast network that connect computers all over the world। ਕਹਿੰਦੇ ਇੰਟਰਨੈਟ ਇੱਕ ਬਹੁਤ ਹੀ ਵਿਸ਼ਾਲ ਨੈਟਵਰਕ ਹੈਗਾ ਜੋ all over the world ਸਾਡੇ ਕੰਪਿਊਟਰ ਦੀ ਕਨੈਕਟੀਵਿਟੀ ਨੂੰ ਪੋਸੀਬਲ ਕਰਵਾ ਸਕਦਾ ਹੈ। ਠੀਕ ਹੈ, ਯੂਜ਼ਿੰਗ ਦਾ ਇੰਟਰਨੈਟ ਨੂੰ ਯੂਜ਼ ਕਰਕੇ ਪੀਪਲ ਕੈਨ ਸ਼ੇਅਰ ਇਨਫੋਰਮੇਸ਼ਨ ਐਂਡ ਕਮਿਊਨੀਕੇਟ ਫਰੋਮ ਐਨੀਵੇਅਰ ਵਿਦ ਐਨ ਇੰਟਰਨੈਟ ਕਨੈਕਸ਼ਨ। ਕਹਿੰਦੇ ਵਾਈਲ ਯੂ ਹੈਵ ਅ ਇੰਟਰਨੈਟ ਕਨੈਕਸ਼ਨ, ਅਗਰ ਤੁਹਾਡੇ ਕੋਲ ਇੰਟਰਨੈਟ ਕਨੈਕਸ਼ਨ ਹੈਗਾ ਦੈਨ ਤੁਸੀਂ ਕਿਸੇ ਵੀ ਪੀਪਲ ਨੂੰ ਕੋਈ ਵੀ ਇਨਫੋਰਮੇਸ਼ਨ ਸੈਂਡ ਕਰ ਸਕਦੇ ਹੋ, ਟ੍ਰਾਂਸਫਰ ਕਰ ਸਕਦੇ ਹੋ, ਠੀਕ ਹੈ, ਔਰ ਸ਼ੇਅਰ ਕਰਵਾ ਸਕਦੇ ਹੋ ਔਰ ਕਮਿਊਨੀਕੇਸ਼ਨ ਕਰਵਾ ਸਕਦੇ ਹੋ ਇੱਕ ਦੂਸਰੇ ਦੇ ਨਾਲ। ਨੈਕਸਟ, ਇੰਟਰਨੈਟ ਸਟੈਂਡਸ ਫੋਰ ਇੰਟਰਕਨੈਕਟਡ ਨੈਟਵਰਕ। ਕਹਿੰਦੇ ਇੰਟਰਨੈਟ ਨੂੰ ਅਸੀਂ ਕੀ ਬੋਲਦੇ ਹਾਂ? ਇੰਟਰਕਨੈਕਟਡ ਨੈਟਵਰਕ, ਮਤਲਬ ਕਿ ਇੱਕ ਦੂਜੇ ਨਾਲ ਕਨੈਕਟ ਹੈਗਾ ਹੈ। ਡੈਟ ਇਜ਼ ਅ ਨੈਟਵਰਕ ਡੈਟ ਕਨੈਕਟ ਮਿਲੀਅਨਸ ਆਫ ਵੈਬ ਸਰਵਰ। ਦੇਖੋ, ਇੰਟਰਕਨੈਕਟਡ ਮਤਲਬ ਨੈਟਵਰਕਸ ਆਫ ਨੈਟਵਰਕ, ਇੱਕ ਨੈਟਵਰਕ ਦੀ ਦੂਸਰੇ ਨੈਟਵਰਕ ਨਾਲ ਕਨੈਕਟੀ, ਦੂਸਰੇ ਨੈਟਵਰਕ ਦੀ ਤੀਸਰੇ ਨੈਟਵਰਕ ਨਾਲ ਕਨੈਕਟੀ। ਠੀਕ ਹੈ, ਇੱਦਾਂ ਅਸੀਂ ਕਨੈਕਟੀਵਿਟੀ ਪ੍ਰੋਵਾਈਡ ਕਰਵਾ ਸਕਦੇ ਹਾਂ ਮਿਲੀਅਨਸ ਆਫ ਕੰਪਿਊਟਰਸ ਦੇ ਵਿੱਚ। ਠੀਕ ਹੈ, ਸੋ ਨੈਕਸਟ ਹੈਗੀ ਹੈ ਸਾਡੀ ਐਡਵਾਂਟੇਜਸ ਆਫ ਇੰਟਰਨੈਟ। ਦੇਖੋ, ਯੂਜ਼ਸ ਆਫ ਇੰਟਰਨੈਟ ਤਾਂ ਬਹੁਤ ਸਾਰੇ ਦੱਸ ਸਕਦੇ ਆ, ਬਟ ਅਗਰ ਮੇਨ ਇੰਪੋਰਟੈਂਟ ਡੈਫੀਨੇਸ਼ਨ ਦੱਸਣੀ ਹੋਵੇ ਇੰਟਰਨੈਟ ਦੀ, ਅਤੇ ਜੋ ਸਾਨੂੰ ਪੂਰੀ ਦੁਨੀਆ ਦੇ ਵਿੱਚ ਕਨੈਕਟ ਕਰਵਾਏ, ਠੀਕ ਹੈ, ਇੱਕ ਦੂਜੇ ਦੇ ਨਾਲ, ਉਹਨੂੰ ਕੀ ਬੋਲਾਂਗੇ ਅਸੀਂ? ਇੰਟਰਨੈਟ ਜਾਂ ਫਿਰ ਨੈਟਵਰਕ। ਠੀਕ ਹੈ, ਸੋ ਐਡਵਾਂਟੇਜਸ ਆਫ ਨੈਟਵਰਕ ਕੀ ਹੈਗੀਆਂ, ਐਡਵਾਂਟੇਜਸ ਆਫ ਇੰਟਰਨੈਟ ਕੀ ਹੈਗੀਆਂ ਸਾਡੀਆਂ? ਫਸਟ ਦੇਖੋ, ਇੰਟਰਨੈਟ ਇਜ਼ ਵਾਈਡਲੀ ਯੂਜ਼ਡ ਫॉर ਕਮਿਊਨੀਕੇਸ਼ਨ, ਸ਼ੇਅਰਿੰਗ ਐਂਡ ਪ੍ਰੋਵਾਈਡ ਕਨੈਕਟੀਵਿਟੀ। ਇੰਟਰਨੈਟ ਦੇ ਹੈਲਪ ਦੇ ਨਾਲ ਅਸੀਂ ਇੱਕ ਦੂਜੇ ਨਾਲ ਕਮਿਊਨੀਕੇਸ਼ਨ ਕਰ ਸਕਦੇ ਹਾਂ, ਲਾਈਕ ਉਹ ਫੋਰਨ ਕੰਟਰੀਜ਼ 'ਚ ਹੈ ਜਾਂ ਫਿਰ ਇੰਡੀਆ ਕੋਈ ਕੰਟਰੀ ਦੇ ਵਿੱਚ ਹੈਗਾ ਹੈ ਕੋਈ ਵੀ ਪਰਸਨ, ਉਹਨਾਂ ਅਸੀਂ ਕਨੈਕਟੀਵਿਟੀ ਕਰਨੀ ਹੈ, ਕਮਿਊਨੀਕੇਸ਼ਨ ਕਰਨਾ ਹੈ, ਦੈਨ ਯੂਜ਼ ਆਫ ਦਾ ਇੰਟਰਨੈਟ ਅਸੀਂ ਕਰ ਸਕਦੇ ਹਾਂ ਇਹਨੂੰ ਪੋਸੀਬਲ। ਠੀਕ ਹੈ, ਐਂਡ ਸ਼ੇਅਰਿੰਗ, ਕੋਈ ਵੀ ਮਟੀਰੀਅਲ ਅਸੀਂ ਸ਼ੇਅਰ ਕਰਨਾ ਹੈ, ਫਾਈਲ ਸੈਂਡ ਕਰਨੀ ਹੈ, ਇਮੇਜਸ ਸੈਂਡ ਕਰਨੀਆਂ, ਅਸੀਂ ਇੰਟਰਨੈਟ ਦੀ ਹੈਲਪ ਦੇ ਨਾਲ ਕਰ ਸਕਦੇ ਹਾਂ। ਠੀਕ ਹੈ, ਸੈਕਿੰਡ ਪੁਆਇੰਟ ਦੇਖੋ, ਦਾ ਇੰਟਰਨੈਟ ਇਜ਼ ਯੂਜ਼ਡ ਫॉर ਸੇਲਿੰਗ, ਮਾਰਕੀਟਿੰਗ ਐਂਡ ਲਰਨਿੰਗ। ਦੇਖੋ, ਅੱਜ ਕੱਲ੍ਹ ਤਾਂ ਲਰਨਿੰਗ ਪ੍ਰੋਸੈਸ ਬਹੁਤ ਜ਼ਿਆਦਾ ਈਜ਼ੀਲੀ ਅਸੀਂ ਕਰ ਸਕਦੇ ਹਾਂ ਵਾਈਲ ਦਾ ਹੈਲਪ ਆਫ ਇੰਟਰਨੈਟ। ਠੀਕ ਹੈ, ਮੋਸਟਲੀ ਔਨਲਾਈਨ ਕਲਾਸਿਸ ਲੱਗ ਰਹੀਆਂ ਤੁਹਾਡੀਆਂ ਇੰਟਰਨੈਟ ਦੇ ਥਰੂ, ਤੁਸੀਂ ਜੂਮ ਮੀਟਿੰਗਸ ਅਟੈਂਡ ਕਰ ਸਕਦੇ ਹੋ। ਓਕੇ, ਸੇਲਿੰਗ ਕਰ ਸਕਦੇ ਹਾਂ, ਮੰਨ ਲਓ ਐਮਾਜ਼ਨ ਜਾਂ ਫਲਿੱਪਕਾਰਟ ਤੋਂ ਅਸੀਂ ਕੋਈ ਵੀ ਚੀਜ਼ ਨੂੰ ਆਰਡਰ ਕਰਦੇ ਹਾਂ ਜਾਂ ਰਿਜ਼ਰਵੇਸ਼ਨਸ ਕਰਦੇ ਹਾਂ। ਠੀਕ ਹੈ, ਦੈਟ ਇਜ਼ ਵਿਦ ਦਾ ਹੈਲਪ ਆਫ ਇੰਟਰਨੈਟ। ਮਾਰਕੀਟਿੰਗ ਕਰ ਸਕਦੇ ਹਾਂ, ਲਾਈਕ ਸ਼ੇਅਰ ਮਾਰਕੀਟ ਜਾਂ ਕੋਈ ਵੀ ਔਨਲਾਈਨ ਤੁਸੀਂ ਬਿਜ਼ਨਸ ਰਨ ਕਰਨਾ ਹੈ ਤਾਂ ਤੁਸੀਂ ਕਿਹਦੀ ਹੈਲਪ ਨਾਲ ਕਰ ਸਕਦੇ ਹੋ? ਇੰਟਰਨੈਟ ਕਨੈਕਸ਼ਨ ਦੀ ਹੈਲਪ ਨਾਲ। ਠੀਕ ਹੈ, ਥਰਡ ਦੇਖੋ, ਦਾ ਇੰਟਰਨੈਟ ਇਜ਼ ਯੂਜ਼ਡ ਫॉर ਕਨੈਕਟ ਮਲਟੀਪਲ ਕੰਪਿਊਟਰਸ ਆਲ ਓਵਰ ਦਾ ਵਰਲਡ। ਕਿ ਆਲ ਓਵਰ ਦਾ ਵਰਲਡ ਤੁਸੀਂ ਕੋਈ ਵੀ ਕੰਪਿਊਟਰ ਦੀ ਕਨੈਕਟੀਵਿਟੀ ਕਿਸੇ ਵੀ ਕੰਪਿਊਟਰ ਨਾਲ ਕਰਾ ਸਕਦੇ ਹੋ ਵਾਈਲ ਯੂ ਹੈਵ ਅ ਇੰਟਰਨੈਟ ਕਨੈਕਸ਼ਨ। ਓਕੇ, ਨੈਕਸਟ ਹੈਗਾ ਟਾਈਪਸ ਆਫ ਇੰਟਰਨੈਟ। ਦੇਖੋ, ਦਾ ਮੋਸਟ ਕਾਮਨ ਯੂਜ਼ ਟਾਈਪ ਆਫ ਇੰਟਰਨੈਟ ਦੈਟ ਇਜ਼ ਅ ਫੋਲੋਇੰਗ, ਲਾਈਕ ਦੇਖੋ, ਕੇਬਲ ਬ੍ਰੌਡਬੈਂਡ, ਵਾਇਰਲੈਸ ਬ੍ਰੌਡਬੈਂਡ ਐਂਡ ਮੋਬਾਈਲ ਬ੍ਰੌਡਬੈਂਡ। ਕੇਬਲ ਬ੍ਰੌਡਬੈਂਡ ਕੀ ਹੈ? ਲਾਈਕ ਅ ਸਿਗਨਲਸ ਐਂਡ ਫ੍ਰੀਕੁਐਂਸੀ, ਕਿ ਕਿਸ ਰੇਂਜ ਦੀ ਫ੍ਰੀਕੁਐਂਸੀ ਦੇ ਨਾਲ ਤੁਹਾਡੇ ਕੋਲ ਸਿਗਨਲਸ ਜਾਂ ਸਾਡੇ ਕੋਲ ਮਟੀਰੀਅਲ ਜਿਹੜਾ ਹੈਗਾ ਉਹ ਸੈਂਡ ਹੋ ਰਿਹਾ ਜਾਂ ਸ਼ੇਅਰ ਹੋ ਰਿਹਾ ਜਾਂ ਫਿਰ ਟ੍ਰਾਂਸਫਰ ਹੋ ਰਿਹਾ। ਠੀਕ ਹੈ, ਉਸ ਤੋਂ ਬਾਅਦ ਦੇਖੋ ਅਸੀਂ ਕੇਬਲ ਬ੍ਰੌਡਬੈਂਡ ਮਤਲਬ ਕਿ ਇੱਕ ਵਾਇਰ ਵਾਲਾ ਬ੍ਰੌਡਬੈਂਡ, ਤੁਸੀਂ ਵਿਦ ਦਾ ਹੈਲਪ ਆਫ ਵਾਇਰ, ਠੀਕ ਹੈ, ਤੁਸੀਂ ਡਾਟਾ ਕੇਬਲ ਦੀ ਹੈਲਪ ਦੇ ਨਾਲ ਕੋਈ ਵੀ ਡਾਟਾ ਟ੍ਰਾਂਸਫਰ ਕਰ ਸਕਦੇ ਹੋ। ਠੀਕ ਹੈ, ਇਹ ਕਿਹਦੇ 'ਚ ਆਏਗਾ? ਸਾਡਾ ਕੇਬਲ ਬ੍ਰੌਡਬੈਂਡ 'ਚ। ਨੈਕਸਟ ਹੈਗਾ ਵਾਇਰਲੈਸ ਬ੍ਰੌਡਬੈਂਡ। ਤੁਸੀਂ ਦੇਖੋ, ਕੋਈ ਵੀ ਵਾਇਰਲੈਸ ਵਿਦ ਦਾ ਹੈਲਪ ਆਫ ਵਾਈਫਾਈ, ਠੀਕ ਹੈ, ਤੁਸੀਂ ਕੋਈ ਵੀ ਡਾਟੇ ਨੂੰ ਸੈਂਡ ਕਰ ਰਹੇ ਹੋ, ਸ਼ੇਅਰ ਕਰ ਰਹੇ ਹੋ, ਇਹ ਸਾਡਾ ਇਸ ਦੇ ਵਿੱਚ ਆ ਜਾਏਗਾ। ਉਸ ਤੋਂ ਬਾਅਦ ਨੈਕਸਟ ਹੈਗਾ ਮੋਬਾਈਲ ਬ੍ਰੌਡਬੈਂਡ। ਤੁਸੀਂ ਵਿਦ ਦਾ ਹੈਲਪ ਆਫ ਹੌਟਸਪੌਟ ਜਾਂ ਬਲੂਟੂਥ ਦੀ ਹੈਲਪ ਦੇ ਨਾਲ ਤੁਸੀਂ ਕੋਈ ਵੀ ਡਾਟਾ ਜਾਂ ਕੋਈ ਵੀ ਮਟੀਰੀਅਲ ਸੈਂਡ ਕਰਦੇ ਹੋ, ਉਹ ਸਾਡਾ ਆਏਗਾ ਮੋਬਾਈਲ ਬ੍ਰੌਡਬੈਂਡ ਦੇ ਵਿੱਚ। ਨੈਕਸਟ ਸਾਡਾ ਟੌਪਿਕ ਜਿਹੜਾ ਹੈਗਾ ਉਹ ਹੈਗਾ ਇੰਟਰਨੈਟ ਡੋਮੇਨ। ਦੇਖੋ, ਤਾਂ ਇੰਟਰਨੈਟ ਡੋਮੇਨ ਇਜ਼ ਅ ਪਾਰਟ ਆਫ ਅ ਸਿਸਟਮ। ਕਹਿੰਦੇ ਸਾਡੇ ਸਿਸਟਮ ਦਾ ਪਾਰਟ ਹੈਗਾ, ਸਾਡੇ ਇੰਟਰਨੈਟ ਦੇ ਸਿਸਟਮ ਦਾ ਪਾਰਟ ਕਿਹੜਾ ਹੈਗਾ? ਡੋਮੇਨ ਹੈਗਾ, ਇਨ ਵਿਚ ਇੰਟਰਨੈਟ ਐਡਰੈਸਿਸ ਆਰ ਲਿੰਕਡ ਟੂ ਸਪੈਸੀਫਿਕ ਲੋਕੇਸ਼ਨ। ਸਾਡੇ ਕਹਿੰਦੇ ਇੰਟਰਨੈਟ ਦਾ ਜਿਹੜਾ ਐਡਰੈਸ ਹੁੰਦਾ ਡਿਫਰੈਂਟ ਲੋਕੇਸ਼ਨਸ ਦੇ ਨਾਲ ਉਹਨੂੰ ਕੀ ਕਰਵਾਇਆ ਜਾਂਦਾ? ਲਿੰਕ ਕਰਵਾਇਆ ਜਾਂਦਾ। ਠੀਕ ਹੈ, ਔਨ ਦਾ ਇੰਟਰਨੈਟ ਸਰਵਰ ਐਂਡ ਵੈਬਸਾਈਟ ਈਮੇਲ ਸਰਵਰ। ਲਾਈਕ ਤੁਸੀਂ ਆਪਣੀ ਗੂਗਲ 'ਤੇ ਜਾ ਕੇ ਲਿਖ ਦੋਗੇ www.facebook.com, ਅਤੇ ਉਹਨੂੰ ਇੱਕ ਐਡਰੈਸ ਪ੍ਰੋਵਾਈਡ ਹੋ ਗਿਆ ਕਿ ਤੁਸੀਂ ਕਿਸ ਵੇ ਦੇ ਉੱਤੇ, ਕਿਸ ਟਰੈਕ ਦੇ ਨਾਲ ਤੁਸੀਂ ਹੋਮ ਪੇਜ 'ਤੇ ਪਹੁੰਚਣਾ ਹੈ ਫੇਸਬੁੱਕ 'ਤੇ। ਠੀਕ ਹੈ, ਤੁਸੀਂ ਫੇਸਬੁੱਕ 'ਤੇ ਹੋਮ ਪੇਜ 'ਤੇ ਪਹੁੰਚ ਜਾਓਗੇ। ਓਕੇ, ਦੈਨ ਐਨ ਇੰਟਰਨੈਟ ਡੋਮੇਨ ਨੇਮ ਇਜ਼ ਅ ਯੂਨੀਕ ਨੇਮ। ਕਹਿੰਦੇ ਹਰ ਇੱਕ ਡੋਮੇਨ ਨੇਮ ਜਿਹੜਾ ਹੁੰਦਾ ਉਹ ਕੀ ਹੁੰਦਾ? ਯੂਨੀਕ ਹੁੰਦਾ। ਠੀਕ ਹੈ, ਔਰ ਕਿਸੇ ਵੀ ਔਰਗਨਾਈਜੇਸ਼ਨ ਦਾ, ਕਿਸੇ ਵੀ ਪਰਸਨ ਦਾ ਔਨ ਦਾ ਇੰਟਰਨੈਟ, ਹਰ ਇੱਕ ਔਰਗਨਾਈਜੇਸ਼ਨ ਦਾ ਜਾਂ ਪਰਸਨ ਦਾ ਜਿਹੜਾ ਹੈਗਾ ਡੋਮੇਨ ਨੇਮ ਤੁਸੀਂ ਸੈੱਟ ਕਰ ਸਕਦੇ ਹੋ। ਇਹ ਡੋਮੇਨ ਨੇਮ ਟੇਕ ਆ ਫਾਰਮ ਆਫ 2 ਐਲੀਮੈਂਟਸ। ਕਹਿੰਦੇ 2 ਐਲੀਮੈਂਟਸ ਦੇ ਵਿੱਚ ਸਾਡਾ ਜਿਹੜਾ ਡੋਮੇਨ ਨੇਮ ਹੈਗਾ ਬਣਦਾ ਹੈ। ਦੇਖੋ, ਫਰਸਟ ਇਜ਼ ਅ ਵੈਬਸਾਈਟ ਨੇਮ। ਇੱਕ ਪਹਿਲਾ ਜਿਹੜਾ ਕਿਹੜਾ ਹੁੰਦਾ ਹੈ? ਸਾਡਾ ਵੈਬਸਾਈਟ ਦਾ ਨੇਮ ਹੁੰਦਾ ਹੈ। ਵੈਬਸਾਈਟ ਦਾ ਨੇਮ ਲਾਈਕ ਆ ਫੇਸਬੁੱਕ,
ठीक है, या फिर गूगल या फिर याहू। एंड सेकेंड नेम इज़ अ डोमेन नेम लाइक .com .in, ठीक है, .net .org, ਤੁਸੀਂ ਕੁਛ ਵੀ ਇਹਦੇ ਵਿੱਚ ਲਗਾ ਸਕਦੇ ਹੋ। ਇਹ ਕੀ ਹੈ, ਸਾਡੇ ਡੋਮੇਨ ਨੇਮ ਹੈਗੇ, ਠੀਕ ਹੈ, ਜਿੱਥੋਂ ਇੱਕ ਐਡਰੈਸ ਪ੍ਰੋਵਾਈਡ ਹੁੰਦਾ ਹੈ ਕਿਸੇ ਵੀ ਵੈਬਸਾਈਟ ਨੂੰ ਜਾਂ ਲੋਕੇਸ਼ਨ ਪ੍ਰੋਵਾਈਡ ਹੁੰਦੀ ਹੈ, ਠੀਕ ਹੈ। ਨੈਕਸਟ ਵਨ ਇਜ਼ ਇੰਟਰਨੈਟ ਸਰਵਰ। ਇਹ ਵੈਬ ਸਰਵਰ ਇਜ਼ ਅ ਕੰਪਿਊਟਰ ਪ੍ਰੋਸੈਸ ਡੈਟ ਰਨ ਦਾ ਵੈਬਸਾਈਟ। ਦੇਖੋ ਕਿਸੇ ਵੀ ਵੈਬਸਾਈਟ ਨੂੰ ਰਨ ਕਰਨ ਦੇ ਲਈ ਜੋ ਬੈਕਐਂਡ 'ਤੇ ਡਾਟਾ ਸਟੋਰ ਹੋਣਾ ਚਾਹੀਦਾ, ਉਹ ਕਿੱਥੇ ਡਾਟਾ ਸਟੋਰ ਹੁੰਦਾ, ਇੱਕ ਵੈਬ ਸਰਵਰ 'ਤੇ ਡਾਟਾ ਸਟੋਰ ਹੁੰਦਾ, ਠੀਕ ਹੈ। ਵੈਬ ਸਰਵਰ ਮੀਨਸ ਮਤਲਬ ਕਿ ਸਰਵ ਕਰਨਾ ਕੋਈ ਵੀ ਡਾਟੇ, ਕੋਈ ਵੀ ਸਟੋਰਿੰਗ ਇਨਫੋਰਮੇਸ਼ਨ ਨੂੰ ਜੋ ਸਰਵ ਕਰ ਰਿਹਾ ਹਰ ਇੱਕ ਪਰਸਨ ਨੂੰ, ਡੈਟ ਇਜ਼ ਕਾਲਡ ਅ ਵੈਬ ਸਰਵਰ, ਠੀਕ ਹੈ। ਇਟ ਇਜ਼ ਅ ਕੰਪਿਊਟਰ ਪ੍ਰੋਗਰਾਮ ਡੈਟ ਡਿਸਟਰੀਬਿਊਟ ਦਾ ਵੈਬ ਪੇਜਿਸ। ਕਹਿੰਦੇ ਇੱਕ ਕੰਪਿਊਟਰ ਦਾ ਪ੍ਰੋਗਰਾਮ ਹੈ ਜੋ ਡਿਫਰੈਂਟ ਮਲਟੀਪਲ ਵੈਬ ਪੇਜਿਸ ਨੂੰ ਇੱਕ ਯੂਜ਼ਰ ਦੇ ਨਾਲ ਡਿਸਟਰੀਬਿਊਟ ਕਰ ਰਿਹਾ ਹੈ। ਦਾ ਬੇਸਿਕ ਆਬਜੈਕਟਿਵ ਆਫ ਵੈਬ ਸਰਵਰ ਇਜ਼ ਟੂ ਸਟੋਰ। ਕਹਿੰਦੇ ਬੇਸਿਕ ਆਬਜੈਕਟਿਵ ਕੀ ਹੈ ਸਾਡੇ ਵੈਬ ਸਰਵਰ ਦਾ, ਕਿ ਕਿਸੇ ਵੀ ਚੀਜ਼ ਨੂੰ ਸਟੋਰ ਕਰਨਾ, ਠੀਕ ਹੈ। ਹੁਣ ਬਹੁਤ ਸਾਰਾ ਮਟੀਰੀਅਲ ਬੈਕਐਂਡ 'ਤੇ ਹੈਗਾ ਹੈ, ਜੋ ਕਿਸੇ ਵੀ ਵੈਬਸਾਈਟ ਦਾ ਬੈਕਐਂਡ 'ਤੇ ਜੋ ਮਟੀਰੀਅਲ ਪਿਆ ਹੈ ਜਾਂ ਸਟੋਰਿੰਗ ਹੈਗੀ ਉਹ ਕਿੱਥੇ ਪਈ ਹੋਈ ਹੈ, ਇੱਕ ਵੈਬ ਸਰਵਰ 'ਤੇ ਪਈ ਹੋਈ ਹੈ। ਦੈਨ ਉਹ ਪ੍ਰੋਸੈਸਿੰਗ ਕਰਦਾ ਹੈ ਐਂਡ ਡਿਲੀਵਰ ਵੈਬ ਪੇਜਿਸ ਟੂ ਦਾ ਯੂਜ਼ਰਸ। ਅਤੇ ਦਿਨ ਫਿਰ ਕੀ ਹੁੰਦਾ ਹੈ, ਯੂਜ਼ਰਸ ਨੂੰ ਉਹ ਮਟੀਰੀਅਲ ਜਿਹੜਾ ਹੈਗਾ ਟ੍ਰਾਂਸਫਰ ਕਰਦਾ ਹੈ, ਸ਼ੇਅਰ ਕਰਵਾਉਂਦਾ ਜਾਂ ਫਿਰ ਡਿਲੀਵਰ ਕਰਵਾਉਂਦਾ ਹੈ। ਦ ਮੇਨ ਜੋਬ ਆਫ ਵੈਬ ਸਰਵਰ ਇਜ਼ ਟੂ ਡਿਸਪਲੇ ਦਾ ਵੈਬਸਾਈਟ ਕੰਟੈਂਟ, ਕਿ ਕਿਸੇ ਵੀ ਵੈਬਸਾਈਟ ਦੇ ਕੰਟੈਂਟ ਨੂੰ ਡਿਸਪਲੇ ਕੌਣ ਕਰਵਾਉਂਦਾ ਤੁਹਾਡੇ ਸਾਹਮਣੇ, ਤੁਹਾਡਾ ਵੈਬ ਸਰਵਰ, ਠੀਕ ਹੈ। ਕਿਉਂਕਿ ਵੈਬ ਸਰਵਰ ਦੇ ਉੱਤੇ ਹਰ ਇੱਕ ਵੈਬਸਾਈਟ ਜਿਹੜੀ ਹੈਗੀ ਉਹ ਸਟੋਰ ਪਈ ਹੋਈ ਹੈ, ਹਰ ਇੱਕ ਮਟੀਰੀਅਲ ਜਿਹੜਾ ਹੈਗਾ ਉਹ ਸਟੋਰ ਪਿਆ। ਔਰ ਵੈਬ ਸਰਵਰ ਦਾ ਕੰਮ ਕੀ ਹੈਗਾ, ਡਿਫਰੈਂਟ ਯੂਜ਼ਰਸ ਨੂੰ ਡਿਫਰੈਂਟ ਮਟੀਰੀਅਲ ਜਾਂ ਇਨਫੋਰਮੇਸ਼ਨ ਨੂੰ ਸਰਵ ਕਰਵਾਉਣਾ, ਓਕੇ। ਇੰਟਰਨੈਟ ਸਰਵਰ ਦੋ ਤਰੀਕੇ ਦੀ ਹੈ, ਦੇਖੋ ਤੁਹਾਡੇ ਕੋਲ, ਇੱਕ ਸਟੈਟਿਕ ਵੈਬ ਸਰਵਰ ਔਰ ਇੱਕ ਹੈਗਾ ਡਾਇਨਾਮਿਕ ਵੈਬ ਸਰਵਰ। First one is a static web server. A static web server is consist of computer with an HTTP server। ਕਹਿੰਦੇ static ਜਿਹੜਾ web server ਹੈਗਾ ਕਿੰਨਾ ਕੰਸਿਸਟ ਹੋ ਰਿਹਾ ਹੈ, ਇੱਕ HTTP server ਮਤਲਬ ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ ਸਰਵਰ ਦੇ ਨਾਲ ਉਹਦੀ ਕਨੈਕਟੀਵਿਟੀ ਹੈਗੀ, ਠੀਕ ਹੈ। ਇਟ ਇਜ਼ ਕਾਲਡ ਅ ਸਟੈਟਿਕ। ਇਹਨੂੰ ਕਹਿੰਦੇ ਸਟੈਟਿਕ ਕਿਉਂ ਕਿਹਾ ਜਾਂਦਾ ਹੈ, ਸਟੈਟਿਕ ਤਾਂ ਕਿਹਾ ਜਾਂਦਾ ਕਿਉਂਕਿ ਇਹ ਚੇਂਜੇਬਲ ਨਹੀਂ ਹੈਗਾ, ਠੀਕ ਹੈ। ਇਹ ਡਾਇਨਾਮਿਕ ਨਹੀਂ ਹੈਗਾ, ਇਹਨੂੰ ਅਸੀਂ ਫਲੈਕਸੀਬਿਲਿਟੀ ਨਾਲ ਚੇਂਜ ਨਹੀਂ ਕਰ ਸਕਦੇ। ਜੋ ਐਜ਼ ਇਟ ਇਜ਼ ਪਿੱਛੇ ਬੈਕਐਂਡ 'ਤੇ ਵੈਬ ਸਰਵਰ 'ਤੇ ਜੋ ਵੀ ਡਾਟਾ ਸੇਵ ਪਿਆ ਹੋਇਆ ਤੁਹਾਡੇ ਸਾਹਮਣੇ ਉਹੀ ਤੁਹਾਨੂੰ ਸ਼ੋ ਕਰਵਾਇਆ ਜਾਏਗਾ, ਬਿਕੋਜ਼ ਦਾ ਸਰਵਰ ਸੈਂਡ ਦਾ ਫਾਈਲਸ ਟੂ ਯੋਰ ਬਰਾਊਜ਼ਰ। ਤੁਹਾਡੇ ਬਰਾਊਜ਼ਰ 'ਤੇ ਉਹੀ ਇਨਫੋਰਮੇਸ਼ਨ ਸਰਵ ਕਰਵਾਈ ਜਾਏਗੀ ਜੋ ਬੈਕਐਂਡ 'ਤੇ ਵੈਬ ਸਰਵਰ 'ਤੇ ਸਟੋਰ ਹੈਗੀ ਹੈ। ਔਰ ਨੈਕਸਟ ਹੈਗਾ ਡਾਇਨਾਮਿਕ ਵੈਬ ਸਰਵਰ। ਇਹ ਡਾਇਨਾਮਿਕ ਵੈਬ ਸਰਵਰ ਇਜ਼ ਕੰਸਿਸਟ ਆਫ ਐਪਲੀਕੇਸ਼ਨ ਸਰਵਰ ਐਂਡ ਡਾਟਾਬੇਸ। ਕਹਿੰਦੇ ਇਹਦੀ ਜਿਹੜੀ ਕਨੈਕਟੀਵਿਟੀ ਜਾਂ ਇਹਦਾ ਕੰਬੀਨੇਸ਼ਨ ਕਿਹਦੇ ਨਾਲ ਹੁੰਦਾ, ਇੱਕ ਐਪਲੀਕੇਸ਼ਨ ਸਰਵਰ ਨਾਲ, ਇੱਕ ਡਾਟਾਬੇਸ। ਮਤਲਬ ਡਾਟਾਬੇਸ ਦੀ ਅਸੀਂ ਕਨੈਕਟੀਵਿਟੀ ਕਰਵਾ ਸਕਦੇ ਹਾਂ ਜਾਂ ਚੇਂਜਿੰਗ ਕਰਵਾ ਸਕਦੇ ਹਾਂ ਡਾਟਾਬੇਸ ਦੀ। ਡਾਟਾਬੇਸ ਡੇਲੀ ਟੂ ਡੇਲੀ ਸਾਡਾ ਕੀ ਹੋ ਰਿਹਾ ਹੈ, ਚੇਂਜ ਹੋ ਰਿਹਾ, ਠੀਕ ਹੈ ਨਾ। ਇੱਕ ਵੈਬ ਸਰਵਰ 'ਤੇ ਮੰਨ ਲਓ ਇੱਕ ਵੈਬਸਾਈਟ ਪਈ ਹੈ, ਠੀਕ ਹੈ, ਉਹ ਯੂਜ਼ਰ ਨੇਮ ਪਾਸਵਰਡ ਤੁਸੀਂ ਡੇਲੀ ਚੇਂਜ ਕਰਕੇ ਭੇਜੋਗੇ, ਜਾਂ ਫਿਰ ਕੋਈ ਵੀ ਐਂਟਰੀ ਪਾਉਂਦੇ ਪਏ ਹੋ ਸਟੂਡੈਂਟਸ ਦੀ, ਡੇਲੀ ਸਾਡਾ ਇਨਫੋਰਮੇਸ਼ਨ ਚੇਂਜ ਹੋਏਗੀ, ਡੇਲੀ ਸਾਡਾ ਜਿਹੜਾ ਰਿਕਾਰਡ ਹੈਗਾ ਉਹ ਮੇਨਟੇਨ ਕੀਤਾ ਜਾਏਗਾ ਜਾਂ ਫਿਰ ਚੇਂਜ ਹੋਏਗਾ, ਠੀਕ ਹੈ। ਉਹ ਅਸੀਂ ਕਿੱਦਾਂ ਕਰਾਂਗੇ, ਵਿਦ ਦਾ ਹੈਲਪ ਆਫ ਡਾਇਨਾਮਿਕ ਵੈਬ ਸਰਵਰ। ਇਟ ਇਜ਼ ਕਾਲਡ ਅ ਡਾਇਨਾਮਿਕ। ਕਹਿੰਦੇ ਇਹਨੂੰ ਡਾਇਨਾਮਿਕ ਕਿਉਂ ਕਿਹਾ ਜਾਂਦਾ ਹੈ, ਬਿਕੋਜ਼ ਦਾ ਐਪਲੀਕੇਸ਼ਨ ਸਰਵਰ ਅਪਡੇਟ ਦਾ ਫਾਈਲਸ। ਕਿਉਂਕਿ ਡੇਲੀ ਬੇਸਿਸ 'ਤੇ ਕੋਈ ਵੀ ਐਪਲੀਕੇਸ਼ਨ ਜਿਹੜਾ ਸਰਵਰ ਹੈਗਾ ਉਹ ਅਪਡੇਟ ਕਰਦਾ ਰਹਿੰਦਾ ਆਪਣੀ ਫਾਈਲਸ ਨੂੰ, ਠੀਕ ਹੈ। ਨੈਕਸਟ ਸਾਡਾ ਹੈਗਾ ਕਲਾਇੰਟ ਸਰਵਰ। ਦੇਖੋ ਦਾ ਕਲਾਇੰਟ ਸਰਵਰ ਮਾਡਲ ਡਿਸਕ੍ਰਾਈਬ, ਕਹਿੰਦੇ ਕਲਾਇੰਟ ਸਰਵਰ ਮਾਡਲ ਸਾਨੂੰ ਕੀ ਡਿਸਕ੍ਰਾਈਬ ਕਰਦਾ ਹੈ ਕਿ ਹਾਊ ਸਰਵਰ ਪ੍ਰੋਵਾਈਡ ਰਿਸੋਰਸਿਸ ਐਂਡ ਸਰਵਿਸਿਜ਼ ਟੂ ਵਨ ਔਰ ਮਲਟੀਪਲ ਕਲਾਇੰਟਸ। ਕਿ ਇੱਕ ਸਰਵਰ ਜਿਹੜਾ ਹੈਗਾ, ਵੈਬ ਸਰਵਰ ਜਿਹੜਾ ਹੈਗਾ, ਕਿਸ ਵੇ ਦੇ ਨਾਲ ਸਾਨੂੰ ਰਿਸੋਰਸਿਸ ਔਰ ਕਿਸ ਵੇ ਦੇ ਨਾਲ ਸਾਨੂੰ ਸਰਵਿਸਿਜ਼ ਜਿਹੜੀਆਂ ਹੈਗੀਆਂ ਉਹ ਸੈਂਡ ਕਰ ਰਿਹਾ, ਔਰ ਕਿੱਦਾਂ ਉਹ ਇੱਕ 1 to ਮਲਟੀਪਲ ਪੀਪਲ ਨੂੰ ਉਹ ਕਲਾਇੰਟਸ ਨੂੰ ਉਹ ਕਿੱਦਾਂ ਇਨਫੋਰਮੇਸ਼ਨ ਸੈਂਡ ਕਰ ਰਿਹਾ, ਠੀਕ ਹੈ। ਇਹ ਸਾਡਾ ਕੀ 'ਚ ਆਏਗਾ ਕਲਾਇੰਟ ਸਰਵਰ ਦੇ ਵਿੱਚ। ਦਾ ਕਲਾਇੰਟ ਸਰਵਰ ਨੈਟਵਰਕ ਇਜ਼ ਦਾ ਫਾਰਮ ਆਫ ਲੈਪਟਾਪ, ਸਮਾਰਟਫੋਨ, ਪਰਸਨਲ ਕੰਪਿਊਟਰ। ਕਿ ਅਸੀਂ ਆਪਣੇ ਪਰਸਨਲ ਕੰਪਿਊਟਰ 'ਤੇ ਕਿੱਦਾਂ ਆਪਣੀ ਇਨਫੋਰਮੇਸ਼ਨ ਸੈਂਡ ਕਰਵਾ ਸਕਦੇ ਹਾਂ, ਲੈਪਟਾਪ 'ਤੇ ਜਾਂ ਸਮਾਰਟਫੋਨ 'ਤੇ ਕਿੱਦਾਂ ਅਸੀਂ ਆਪਣੀ ਇਨਫੋਰਮੇਸ਼ਨ ਓਪਨ ਕਰ ਸਕਦੇ ਹਾਂ, ਸਟੋਰ ਕਰ ਸਕਦੇ ਹਾਂ, ਉੱਥੇ ਪ੍ਰੋਸੈਸਿੰਗ ਕਰ ਸਕਦੇ ਹਾਂ, ਠੀਕ ਹੈ, ਔਰ ਜੀ ਉਹਨੂੰ ਡਿਲੀਵਰ ਕਰ ਸਕਦੇ ਹਾਂ ਮਲਟੀਪਲ ਪਰਸਨਸ ਨੂੰ, ਓਕੇ। ਦੇਖੋ ਹੁਣ ਤੁਹਾਡੇ ਸਾਹਮਣੇ ਹੈਗਾ ਹੈ ਡਿਫਰੈਂਸ, ਠੀਕ ਹੈ, ਕਲਾਇੰਟ ਔਰ ਸਰਵਰ ਦੇ ਵਿੱਚ ਡਿਫਰੈਂਸ ਕੀ ਹੈਗਾ। ਦੇਖੋ ਦ ਸਰਵਰ ਇਜ਼ ਅ ਪ੍ਰੋਗਰਾਮ ਡੈਟ ਵੇਟ ਫॉर ਇਨਕਮਿੰਗ ਰਿਕੁਐਸਟ। ਸਰਵਰ ਕਹਿੰਦਾ ਕੀ ਕਰਦਾ ਹੈ ਕਿ ਵੇਟ ਕਰਦਾ ਹੈ ਕਿਸੇ ਵੀ ਰਿਕੁਐਸਟ ਦੀ। ਦੇਖੋ ਕਲਾਇੰਟ ਹੀ ਰਿਕੁਐਸਟ ਕਰੇਗਾ ਸਰਵਰ ਨੂੰ, ਅਗਰ ਕਲਾਇੰਟ ਰਿਕੁਐਸਟ ਕਰੇਗਾ ਸਰਵਰ ਨੂੰ, ਸਰਵਰ ਉਸ ਚੀਜ਼ ਦੀ ਪ੍ਰੋਸੈਸਿੰਗ ਕਰਕੇ ਕਲਾਇੰਟ ਨੂੰ ਉਹਦਾ ਆਨਸਰ ਜਿਹੜਾ ਹੈਗਾ ਉਹ ਡਿਲੀਵਰ ਕਰੇਗਾ, ਠੀਕ ਹੈ। ਸੋ ਜਿਹੜਾ ਸਰਵਰ ਹੈਗਾ ਜਾਂ ਸੌਰੀ ਕਲਾਇੰਟ ਜਿਹੜਾ ਹੈਗਾ ਉਹ ਕੀ ਕਰੇਗਾ, ਇਹ ਕਲਾਇੰਟ ਇਜ਼ ਅ ਪ੍ਰੋਗਰਾਮ ਡੈਟ ਸੈਂਡ ਦਾ ਰਿਕੁਐਸਟ ਟੂ ਦਾ ਸਰਵਰ। ਕਹਿੰਦੇ ਕਲਾਇੰਟ ਦਾ ਕੰਮ ਕੀ ਹੈਗਾ, ਉਹਨੇ ਸਰਵਰ ਨੂੰ ਕੀ ਕਰਨੀ ਹੈ, ਰਿਕੁਐਸਟ ਸੈਂਡ ਕਰਨੀ ਹੈ, ਠੀਕ ਹੈ। ਔਰ ਸਰਵਰ ਦਾ ਕੰਮ ਕੀ ਹੈਗਾ, ਉੱਤੇ ਪ੍ਰੋਸੈਸਿੰਗ ਕਰਕੇ ਤੁਹਾਨੂੰ ਉਹਦਾ ਆਨਸਰ ਜਾਂ ਤੁਹਾਨੂੰ ਉਹਦੀ ਆਊਟਪੁੱਟ ਜਿਹੜੀ ਹੈਗੀ ਉਹ ਡਿਲੀਵਰ ਕਰਵਾਉਣੀ ਹੈ। ਨੈਕਸਟ ਦੇਖੋ ਸੈਕਿੰਡ ਪੁਆਇੰਟ ਸਰਵਰ ਦਾ, ਸਰਵਰ ਇਜ਼ ਅ ਕਨੈਕਸ਼ਨ ਪੁਆਇੰਟ ਫਰੋਮ ਮਲਟੀਪਲ ਕਲਾਇੰਟਸ। ਕਹਿੰਦੇ ਇੱਕ ਸਰਵਰ ਦੇ ਬਹੁਤ ਸਾਰੇ ਕੀ ਹੁੰਦੇ, ਕਲਾਇੰਟਸ ਹੁੰਦੇ। ਸਰਵਰ ਇੱਕ ਹੁੰਦਾ ਬਟ ਕਲਾਇੰਟਸ ਜਿਹੜੇ ਹੁੰਦੇ ਬਹੁਤ ਜ਼ਿਆਦਾ ਹੁੰਦੇ, ਠੀਕ ਹੈ। ਔਰ ਉਸ ਤੋਂ ਬਾਅਦ ਕਲਾਇੰਟ ਦਾ ਦੇਖੋ ਪੁਆਇੰਟ ਸੈਕਿੰਡ, ਇਹ ਕਲਾਇੰਟ ਇਜ਼ ਅ ਸੌਫਟਵੇਅਰ ਡੈਟ ਕਨੈਕਟ ਟੂ ਦਾ ਸਰਵਰ ਟੂ ਪਰਫਾਰਮ ਐਕਸ਼ਨਸ। ਕਹਿੰਦੇ ਕਲਾਇੰਟ ਇੱਕ
ਕਲਾਇੰਟ ਹੋ ਸਕਦਾ ਹੈ, ਠੀਕ ਹੈ, ਜੋ ਕਿ ਇਹ ਸਰਵਰ ਦੇ ਨਾਲ ਕਨੈਕਟ ਹੈਗਾ ਹੈ ਔਰ ਉਹ ਮਲਟੀਪਲ ਐਕਸ਼ਨਸ ਨੂੰ ਪਰਫਾਰਮ ਕਰ ਰਿਹਾ ਹੈ, ਮਲਟੀਪਲ ਇਨਪੁਟਸ ਜਿਹੜੀਆਂ ਹੈਗੀਆਂ ਉਹ ਦੇ ਰਿਹਾ ਹੈ ਜਾਂ ਮਲਟੀਪਲ ਰਿਕੁਐਸਟ ਜਿਹੜੀਆਂ ਹੈਗੀਆਂ ਉਹ ਸਰਵਰ ਨੂੰ ਸੈਂਡ ਕਰ ਰਿਹਾ ਹੈ। ਦੈਨ ਸਰਵਰ ਦਾ ਕੰਮ ਕੀ ਹੈਗਾ, ਉਹਦੀ ਪ੍ਰੋਸੈਸਿੰਗ ਕਰਕੇ ਉਹਨੂੰ ਆਊਟਪੁੱਟ ਕੌਣ ਪ੍ਰੋਵਾਈਡ ਕਰ ਰਿਹਾ, ਸਰਵਰ ਕਰ ਰਿਹਾ। ਕਿਹਨੂੰ ਕਰ ਰਿਹਾ, ਕਲਾਇੰਟ ਨੂੰ ਕਰ ਰਿਹਾ। ਓਕੇ, ਨੈਕਸਟ ਸਾਡਾ ਪੁਆਇੰਟ ਹੈਗਾ IP ਐਡਰੈਸ। ਤੁਸੀਂ ਦੇਖੋਗੇ IP ਐਡਰੈਸ ਕੀ ਹੈ, ਐਨ IP ਐਡਰੈਸ ਇਜ਼ ਅ ਯੂਨੀਕ ਐਡਰੈਸ ਡੈਟ ਆਈਡੈਂਟੀਫਾਈ ਆ ਡਿਵਾਈਸ। ਕਹਿੰਦੇ IP ਐਡਰੈਸ ਜਿਹੜਾ ਹੁੰਦਾ ਸਭ ਦਾ ਯੂਨੀਕ ਹੁੰਦਾ, ਹਰ ਇੱਕ ਡਿਵਾਈਸ ਦਾ IP ਐਡਰੈਸ ਕੀ ਹੋਏਗਾ, ਯੂਨੀਕ ਹੋਏਗਾ, ਜੋ ਕਿ ਕਿਸੇ ਡਿਵਾਈਸ ਨੂੰ ਆਇਡੈਂਟੀਫਾਈ ਕਰਵਾਉਂਦਾ, ਸਪੈਸ਼ਲੀ ਆਇਡੈਂਟੀਫਾਈ ਕਰਵਾਉਂਦਾ ਕਿ ਇਹ ਡਿਵਾਈਸ ਜਿਹੜੀ ਹੈਗੀ ਇਹਦਾ IP ਐਡਰੈਸ ਦਿਸ ਵਨ ਹੈ, ਠੀਕ ਹੈ। ਔਰ IP ਐਡਰੈਸਿਸ ਆਰ ਨਾਰਮਲੀ ਡੋਟਡ ਡੈਸੀਮਲ ਨੰਬਰ। IP ਐਡਰੈਸ ਤੁਸੀਂ ਕਿੱਦਾਂ ਪਹਿਚਾਨ ਸਕਦੇ ਹੋ, ਡੋਟਡ ਨੰਬਰ ਦੇ ਵਿੱਚ ਹੋਏਗਾ, ਠੀਕ ਹੈ। 192.138.1.1.1 ਐਸੇ ਕਰਕੇ 4 ਮਤਲਬ ਕਿ ਡਿਜਿਟ ਦੇ ਵਿੱਚ ਉਹ ਤੁਹਾਨੂੰ ਮਿਲੇਗਾ, ਠੀਕ ਹੈ। ਇਟ ਇਜ਼ ਦ ਐਡਰੈਸ ਆਫ ਯੂਅਰ ਨੈਟਵਰਕ ਹਾਰਡਵੇਅਰ। ਕਹਿੰਦੇ ਇਹ ਸਾਡੇ ਨੈਟਵਰਕ ਹਾਰਡਵੇਅਰ ਦਾ ਐਡਰੈਸ ਹੋਏਗਾ, ਠੀਕ ਹੈ, ਜੋ ਕਿ ਹਰ ਕਿਸੇ ਦਾ ਕੀ ਹੋਏਗਾ, ਯੂਨੀਕ ਹੋਏਗਾ। ਇਟ ਹੈਲਪਸ ਟੂ ਕਨੈਕਟਿੰਗ ਯੂਅਰ ਡਿਵਾਈਸ ਔਨ ਯੂਅਰ ਨੈਟਵਰਕ। ਇਹਦਾ ਕੰਮ ਕੀ ਹੈਗਾ, ਇਹ ਸਾਡੇ ਨੈਟਵਰਕ ਦੇ ਨਾਲ ਤੁਹਾਡੀ ਡਿਵਾਈਸ ਨੂੰ ਕਨੈਕਟ ਕਰਵਾਏਗਾ, ਠੀਕ ਹੈ। ਕਿਸੇ ਵੀ ਨੈਟਵਰਕ ਦੇ ਨਾਲ ਤੁਹਾਡੀ ਡਿਵਾਈਸ ਨੂੰ ਕੀ ਕਰਵਾਏਗਾ, ਕਨੈਕਟੀਵਿਟੀ ਪ੍ਰੋਵਾਈਡ ਕਰਵਾਏਗਾ ਔਰ ਹਰ ਇੱਕ ਡਿਵਾਈਸ ਦਾ IP ਐਡਰੈਸ ਕੀ ਹੋਏਗਾ, ਯੂਨੀਕ ਹੋਏਗਾ। ਸੋ ਇਹਨੂੰ ਅਸੀਂ ਕੀ ਬੋਲਦੇ ਹਾਂ, IP ਐਡਰੈਸ ਬੋਲਦੇ ਹਾਂ। ਓਕੇ, ਆਈ ਹੋਪ ਤੁਹਾਨੂੰ ਸਮਝ ਲੱਗ ਗਿਆ ਹੋਏਗਾ ਸਾਰਾ ਇੰਟਰਨੈਟ ਦਾ ਟੌਪਿਕ ਜਿਹੜਾ ਵੀ ਹੈਗਾ। ਔਰ ਇਸ ਤੋਂ ਬਾਅਦ ਸਾਡੇ ਨੈਕਸਟ ਕੁਐਸਚਨਸ ਆਉਣਗੇ ਜੋ ਸਾਡੀ ਲੈਂਗੁਏਜਿਸ 'ਤੇ ਬੇਸ ਹੋਣਗੇ, ਬਟ ਫਸਟ ਕੁਐਸਚਨ ਸਾਡਾ ਇੰਟਰਨੈਟ ਬੇਸ ਸੀਗਾ। ਸੋ ਤੁਸੀਂ ਹੋਰ ਵੀ ਸਰਚਿੰਗ ਕਰਕੇ ਕੁਝ ਵੀ ਮਟੀਰੀਅਲ ਇਹਦੇ 'ਚ ਐਡ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ, ਲੈਂਥ ਇਨਕਰੀਜ਼ ਕਰ ਸਕਦੇ ਹੋ, ਠੀਕ ਹੈ। ਔਰ ਆਈ ਹੋਪ ਤੁਹਾਨੂੰ ਸਮਝ ਲੱਗਾ ਹੋਏਗਾ। ਸੋ ਥੈਂਕ ਯੂ ਐਂਡ ਹੈਵ ਅ ਗੁੱਡ ਡੇ।